पहला भी पूरा सी। पूरा पराबराती है, पूरा जा का ना। वो पूरा है, अधूरा नहीं है, किसी मौके भी अधूरा नहीं हुंदा, पूरा रहना। आद सच, जुगाद सच, है भी सच, नानक होसी भी सच। ਉਹ ਸੱਚੇ ਰਹਿੰਦਾ। ਸੱਚ ਉਸ ਨੂੰ ਕਹਿੰਦੇ ਨੇ ਜਿਹੜਾ ਨਾ ਕਦੇ ਘਟੇ ਨਾ ਕਦੇ ਵਧੇ, ਸਦਾ ਹੀ ਇੱਕ ਅਵਸਥਾ 'ਚ ਰਹੇ। ਸੋ ਓਂਕਾਰ ਤੋਂ ਬਾਅਦ ਜਿਹੜਾ ਤੀਸਰਾ ਅੱਖਰ ਆਉਂਦਾ ਹੈ, ਮਹਾਰਾਜ ਨੇ ਸਤ ਕਿਹਾ ਉਹਨੂੰ, ਚੌਥਾ ਨਾਮ ਕਿਹਾ। ਨਾਮ ਉਹ ਸ਼ਕਤੀ ਹੈ ਜਿਸ ਨੇ ਪ੍ਰਬੰਧ ਦੇ ਕੇ ਸਾਰੀ ਸ੍ਰਿਸ਼ਟੀ ਨੂੰ ਧਾਰਨ ਕਰਿਆ ਹੋਇਆ, ਸਾਂਭ ਕੇ ਰੱਖਿਆ ਹੈ। ਉਹ ਸ਼ਕਤੀ ਨੇ ਬਿਨਾਂ ਹੀ ਥੰਮਾਂ ਤੋਂ ਗਗਨ ਖੜੇ ਨੇ ਸਾਰੇ। ਸੂਰਜ ਦਾ ਕੋਈ ਵੇਟ ਨਹੀਂ ਦੱਸ ਸਕਦਾ ਤੇ ਕਿਸ ਤਰ੍ਹਾਂ ਟਿਕਿਆ ਖੜਾ ਹੈ, ਕਿਸ ਤਰ੍ਹਾਂ ਧਰਤੀ ਟਿਕੀ ਖੜੀ ਹੈ। ਸਾਰੀਆਂ ਇੱਕ ਤਿਲ ਜਿੰਨਾ ਨਹੀਂ ਇੱਧਰ ਉੱਧਰ ਹੁੰਦੀਆਂ। ਜੇ ਹੋ ਜਾਣ ਤਾਂ ਉਸ ਵੇਲੇ ਸਾਰੇ ਬ੍ਰਹਮੰਡ ਦਾ ਐਕਸੀਡੈਂਟ ਹੋ ਜਾਵੇ। ਸੋ ਹੁਕਮ ਦੇ ਵਿੱਚ ਬੰਨਿਆ ਹੋਇਆ ਹੈ। ਪਰਮੇਸ਼ਰ ਇਹ ਕਿਰਿਆ ਕਰਦਾ ਹੋਇਆ ਨਾਮ ਘਟਦਾ ਹੈ, ਚਾਹੇ ਸਰਗੁਣ ਹੋਵੇ, ਸ਼ਬਦ ਸਰੂਪ ਹੋਵੇ, ਚਾਹੇ ਨਿਰਗੁਣ ਹੋਵੇ, ਚਾਹੇ ਨਿਰੰਕਾਰ ਹੋਵੇ। ਮਹਾਰਾਜ ਕਹਿੰਦੇ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ, ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾ। ਆਪਣਾ ਪਸਾਰਾ ਆਪ ਪਸਾਰ ਕੇ ਆਪੇ ਹੀ ਆਪ ਹੈ। ਹੁਣ ਫਿਰ ਇਹ ਭੁਲੇਖਾ ਕਿੱਥੋਂ ਪੈ ਗਿਆ? ਸੋ ਇਹ ਗੱਲ ਤਾਂ ਬਹੁਤ ਹੱਦ ਤੱਕ ਅਸੀਂ ਵਿਚਾਰ ਕਰ ਲਈ ਕਿ ਇੱਕ ਐਸੀ ਸ਼ਕਤੀ ਹੈ ਆਦ ਦੇ ਅੰਦਰ। ਉਹ ਸ਼ਕਤੀ ਸਾਰਾ ਕਾਰੋਬਾਰ ਆਪਣੀ ਮੌਜ ਦੇ ਨਾਲ, ਸਾਰਾ ਪਸਾਰਾ ਆਪਣੀ ਮੌਜ ਦੇ ਨਾਲ ਪਸਾਰ ਰਹੀ। ਲੇਕਿਨ ਸੁਤੰਤਰ ਹੈ, ਬੰਨੇ ਹੋਏ ਨਹੀਂ। ਸਾਡੇ ਵਰਗੀ ਚਿੰਤਾ ਨਹੀਂ ਹੈ ਵੀ ਕਿਤੇ ਘਾਟਾ ਪੈ ਜਾਏਗਾ, ਵਾਧਾ ਪੈ ਜਾਏਗਾ, ਕਿਤੇ ਐਕਸੀਡੈਂਟ ਹੋ ਜਾਏਗਾ। ਉਹਦਾ ਰੂਲਸ ਸੱਤ ਨੇ। ਆਪ ਸਤ ਕੀਆ ਸਭ ਸਤ। ਸੋ ਸਾਰੇ ਕਾਨੂੰਨ ਵੀ ਉਸ ਦੇ ਸਤ ਨੇ। ਜਿੰਨੀ ਸ਼ਕਤੀ ਉਸ ਕਾਨੂੰਨ ਨੂੰ, ਲਾ ਆਫ ਨੇਚਰ ਨੂੰ ਦਿੱਤੀ ਹੈ, ਉਹਨਾਂ ਚਿਰ ਉਸ ਨੇ ਉਵੇਂ ਜਿਵੇਂ ਹੀ ਵਰਤਣਾ। ਅਤੇ ਜਿੰਨੀ ਉਸ ਨੂੰ ਮਿਆਦ ਦਿੱਤੀ ਹੈ ਉਹਨਾਂ ਚਿਰ ਵਰਤਣਾ ਹੈ। ਉਹਦੇ ਬਾਅਦ ਫਿਰ ਉਹਦੀ ਸ਼ਕਲ ਬਦਲ ਜਾਣੀ ਹੈ। ਉਹ ਵੀ ਲਾ ਆਫ ਨੇਚਰ ਹੈ। ਕਿਉਂ? ਜਦੋਂ ਮਾਸ ਕਨਵਰਟ ਹੁੰਦਾ ਪਰਮਾਣੂਆਂ 'ਚ, ਉਸ ਵੇਲੇ ਆਟੋਮੈਟਿਕਲੀ ਇਲੈਕਟ੍ਰੋਨਿਕਸ ਦੇ ਅੰਦਰ ਕਨਵਰਟ ਹੋ ਜਾਂਦਾ ਅਤੇ ਉਹ ਤੋਂ ਬਾਅਦ ਐਨਰਜੀ 'ਚ ਕਨਵਰਟ ਹੋ ਜਾਂਦਾ। ਐਨਰਜੀ ਤੋਂ ਬਾਅਦ ਅਜੇ ਸਾਇੰਸ ਨੂੰ ਨਹੀਂ ਪਤਾ ਲੱਗਿਆ ਵੀ ਉਹ ਤੋਂ ਬਾਅਦ ਵੀ ਕੁਛ ਹੁੰਦਾ। ਅਤੇ ਧਾਰਮਿਕ ਜਗਤ ਨੂੰ, ਰੂਹਾਨੀ ਜਗਤ ਨੂੰ ਪਤਾ ਹੈ ਕਿ ਐਨਰਜੀ ਚੇਤਨ ਐਨਰਜੀ 'ਚ ਕਨਵਰਟ ਹੋ ਜਾਇਆ ਕਰਦੀ ਹੈ। ਜਿਸ ਸੋਰਸ 'ਚੋਂ ਆਈ ਹੈ ਉਹਦੇ ਵਿੱਚ ਮਿਲ ਜਾਂਦੀ ਹੈ। ਸੋਰਸ ਇਹਦੀ ਸ਼ਬਦ ਹੈ। ਸ਼ਬਦ ਤੋਂ ਸਭ ਕੁਛ ਉਤਪਤ ਹੋਇਆ। ਸ਼ਬਦ ਦੇ ਵਿੱਚ ਇਸ ਨੇ ਲੀਨ ਹੋ ਜਾਣਾ। ਸੋ ਉਸ ਸ਼ਬਦ ਜਿਹੜਾ ਹੈ ਪਰਮੇਸ਼ਰ ਦਾ ਸ਼ਬਦ ਬ੍ਰਹਮ ਆਪਣਾ ਸਰੂਪ ਹੈ ਓਂਕਾਰ ਦਾ। ਉਹਦੇ ਵਿੱਚ ਅਤੇ ਏਕੰਕਾਰ ਓਂਕਾਰ ਦੇ ਵਿੱਚ ਕੋਈ ਫਰਕ ਨਹੀਂ ਹੈ। ਆਪਣੀ ਮੌਜ ਦੀ ਅਵਸਥਾ ਹੈ। ਕਦੇ ਸਮੁੰਦਰ ਟਿਕਿਆ ਹੁੰਦਾ ਹੈ, ਕਦੇ ਉਹਦੇ ਵਿੱਚ ਲਹਿਰਾਂ ਉੱਠਣ ਲੱਗ ਜਾਂਦੀਆਂ। ਸਮੁੰਦਰ ਸਮੁੰਦਰ ਹੀ ਰਹਿੰਦਾ। ਸੋ ਇਸ ਤਰ੍ਹਾਂ ਦੇ ਨਾਲ ਜੇ ਵਿਚਾਰ ਕੀਤੀ ਜਾਵੇ, ਜਿਹੜੀ ਇਹ ਗੱਲ ਸਮਝਣੀ ਹੈ ਤਰਕ ਦੇ ਨਾਲ ਕਿ ਜਿਹੜੀ ਚੀਜ਼ ਦਿਸਦੀ ਨਹੀਂ ਉਹ ਹੈ ਨਹੀਂ, ਤਾਂ ਦਿਸਦੀਆਂ ਤਾਂ ਬਹੁਤ ਸਾਰੀਆਂ ਚੀਜ਼ਾਂ ਨੇ। ਇੱਕ ਧਾਰਮਿਕ ਜਗਤ ਦੇ ਅੰਦਰ ਕਥਾ ਹੁੰਦੀ ਹੈ। ਉਹ ਇਹ ਹੈ ਕਿ ਇੱਕ ਕੋਈ ਪੰਡਤ, ਵਿਦਵਾਨ ਪੰਡਤ, PhD ਦੇ ਬਰਾਬਰ ਹੁੰਦਾ ਪਹਿਲੇ ਜ਼ਮਾਨਿਆਂ ਦੇ ਅੰਦਰ, ਅਤੇ ਲਿਟਰੇਚਰ ਉਸਨੇ ਸਭ ਕਿਸਮ ਦਾ ਪੜ੍ਹਿਆ ਹੁੰਦਾ। 14 ਵਿਦਿਆ ਉਸ ਵੇਲੇ ਹੋਇਆ ਕਰਦੀਆਂ ਸੀ ਪੁਰਾਣੇ ਸਮਿਆਂ ਦੇ ਅੰਦਰ, ਅਤੇ ਜਿਹਦੇ 'ਚ ਅੱਜ ਕੱਲ੍ਹ ਸਾਰੀਆਂ ਹੀ ਆ ਜਾਂਦੀਆਂ। ਇੱਕ ਵਿਦਿਆ ਘੱਟ ਹੈ ਸੰਸਾਰੀ ਵਿਦਿਆ 'ਚ, ਉਹ ਹੈ ਬ੍ਰਹਮ ਵਿਦਿਆ। ਇਹ ਹੈ ਨਹੀਂ। ਉਸ ਵੇਲੇ ਬ੍ਰਹਮ ਵਿਦਿਆ ਵੀ ਹੋਇਆ ਕਰਦੀ ਸੀ 14ਵੀਂ। ਤਾਂ ਉਸਨੇ 6 ਸ਼ਾਸਤਰ ਪੜ੍ਹੇ। ਪੜ੍ਹਨ ਵੇਲੇ ਉਸਨੇ ਦੇਖਿਆ ਵੀ ਰੱਬ ਦਾ ਕੋਈ ਰੂਪ ਰੰਗ ਨਹੀਂ ਹੈ, ਅਤੇ ਤਰਕ ਬੈਠ ਗਈ ਵੀ ਇਹ ਹੋਣੀ ਨਹੀਂ ਚੀਜ਼। ਤਾਂ ਇੱਕ ਮਹਾਤਮਾ ਦੇ ਕੋਲ ਆਇਆ, ਕਹਿਣ ਲੱਗਿਆ, ਮਹਾਂਪੁਰਸ਼ੋ ਮੈਂ ਇੱਕ ਸਵਾਲ ਪੁੱਛਣਾ। ਸੰਸਾ ਮੈਨੂੰ ਹੋ ਗਿਆ ਬੜਾ ਜ਼ਬਰਦਸਤ, ਅਤੇ ਉਹਦੇ ਕਰਕੇ ਮੇਰਾ ਕੁਛ ਨਹੀਂ ਬਣ ਰਿਹਾ। ਅਤੇ ਮੈਨੂੰ ਇਹ ਲੱਗਦਾ ਕਿ ਜੋ ਮੈਂ ਸਮਝਿਆ ਉਹ ਠੀਕ ਹੈ, ਜਿਹੜਾ ਧਾਰਮਿਕ ਜਗਤ, ਰੂਹਾਨੀਅਤ ਦਾ ਜਗਤ ਕਹਿ ਰਿਹਾ ਉਹ ਗਲਤ ਹੈ। ਕਹਿੰਦੇ ਦੱਸ ਭਾਈ। ਕਹਿਣ ਲੱਗੇ ਵੀ ਮੈਂ ਇਹ ਨਿਰਣੇ ਪੂਰਵਕ ਪੜ੍ਹਿਆ ਕਿ ਰੱਬ ਦਾ ਕੋਈ ਰੂਪ ਰੰਗ ਰੇਖ ਭੇਖ ਨਹੀਂ ਹੈ।
ਤੇ ਜਿਹਦਾ ਕੋਈ ਹੈ ਹੀ ਨਹੀਂ, ਚੱਕਰ ਚੇਨ ਤੇ ਰੂਪ ਰੰਗ ਰੇਖ, ਰੂਪ ਨਹੀਂ ਹੈ, ਕੋਈ ਨਾਮ ਨਹੀਂ ਹੈ, ਤਾਂ ਉਹ ਚੀਜ਼ ਹੋ ਕੀ ਸਕਦੀ ਹੈ? ਹੋਣੀਓ ਨਹੀਂ ਹੈ। ਮਹਾਤਮਾ ਕਹਿਣ ਲੱਗੇ ਵੀ ਮੈਂ ਤਾਂ ਨਹੀਂ ਜਵਾਬ ਦੇ ਸਕਦਾ। ਤੇ ਇੱਕ ਮਹਾਤਮਾ ਹੋਰ ਨੇ, ਉਹਨਾਂ ਕੋਲ ਚਲੇ ਗਏ। ਉਹਨਾਂ ਮਹਾਤਮਾ ਦੇ ਕੋਲ ਜਾ ਕੇ ਉਸਨੇ ਸਵਾਲ ਕਰਿਆ। ਮਹਾਤਮਾ ਚੁੱਪ ਕਰਕੇ ਬੈਠੇ ਰਹੇ। ਉਸਨੇ ਕਿਹਾ ਵੀ ਮੈਂ ਏਡੀ ਦੂਰੋਂ ਆਇਆ ਤੇ ਤੁਸੀਂ ਜਵਾਬ ਨਹੀਂ ਦਿੰਦੇ। ਇੱਕ ਵਾਰ, ਦੋ ਵਾਰ, ਚਾਰ ਵਾਰ, ਜਦੋਂ 8-10 ਵਾਰੀ ਪੁੱਛਿਆ, ਕਹਿੰਦਾ ਤੂੰ ਤਾਂ ਗੂੰਗਾ ਹੀ ਹੈ, ਮੈਂ ਤੇਰੇ ਗੂੰਗੇ ਕੋਲ ਆ ਗਿਆ। ਤੇਰਾ ਫਰਜ਼ ਬਣਦਾ ਹੈ ਵੀ ਮੈਂ ਸ਼ੰਕਾ ਕਰਦਾ ਤੇ ਇਹਦਾ ਸਮਾਧਾਨ ਕਰ। ਤੂੰ ਸਾਧੂ ਹੈ, ਤੈਨੂੰ ਮੈਂ ਨਮਸਕਾਰ ਕੀਤੀ ਹੈ। ਫਿਰ ਵੀ ਸੰਤ ਚੁੱਪ ਰਹੇ। ਜਦ ਫੇਰ ਨਾ ਹਟਿਆ ਤਾਂ ਸੰਤਾਂ ਦੇ ਕੋਲ ਇੱਕ ਰੋੜਾ ਪਿਆ ਸੀ, ਉਹ ਚੱਕਿਆ, ਉਹਦੇ ਮਾਰਿਆ। ਮਾਰਨ ਦੀ ਦੇਰ ਸੀ, ਅੱਗ ਬਗੋਲਾ ਹੋ ਗਿਆ। ਤੇ ਸੰਤਾਂ ਦੇ ਆ ਕੇ ਉਹਨੇ 2-3 ਥੱਪੜ ਮਾਰੇ। ਸੰਤ ਕਹਿੰਦੇ ਕਾਹਨੂੰ ਮਾਰਦਾ ਹੈ? ਮੈਂ ਤਾਂ ਤੇਰੇ ਸਵਾਲ ਦਾ ਜਵਾਬ ਦਿੱਤਾ। ਤੇ ਜਦੋਂ ਤੈਨੂੰ ਇਹ ਪਤਾ ਲੱਗਿਆ ਵੀ ਮੇਰੇ ਸਵਾਲ ਦਾ ਜਵਾਬ ਹੈ, ਉਸ ਵੇਲੇ ਤੈਨੂੰ ਪਛਤਾਪ ਕਰਨਾ ਪਏਗਾ। ਕਹਿਣ ਲੱਗਿਆ ਕਿਸ ਤਰ੍ਹਾਂ? ਤੁਸੀਂ ਤਾਂ ਮੇਰੇ ਰੋੜਾ ਮਾਰਿਆ। ਕਹਿੰਦੇ ਰੋੜਾ ਮਾਰੇ ਤੇ ਕੀ ਹੋਇਆ? ਤੂੰ ਮੈਨੂੰ ਕਿਉਂ ਮਾਰਿਆ ਰੋੜਾ ਮਾਰੇ ਤੇ? ਕਹਿਣ ਲੱਗਿਆ ਮੈਨੂੰ ਤਕਲੀਫ ਹੋਈ, ਦੁੱਖ ਹੋਇਆ, ਪੇਨ ਹੋਈ। ਕਹਿੰਦੇ ਪ੍ਰੇਮੀਆਂ ਤੂੰ ਐਂ ਦੱਸ ਸਕਦਾ ਇਹ ਪੇਨ ਦਾ ਰੂਪ ਕਿਹਾ ਜਿਹਾ, ਇਹਦਾ ਰੰਗ ਕਿਹਾ ਜਿਹਾ, ਕਿੰਨਾ ਨਾਪ ਹੈ, ਕਿੰਨਾ ਤੋਲ ਹੈ, ਕਹੀ ਜੀ ਹੈਗੀ ਇਹ, ਕੀ ਇਹਦਾ ਸੁਭਾਅ ਹੈ, ਦੱਸ ਸਕਦਾ ਕੋਈ ਚੀਜ਼? ਕਹਿੰਦਾ ਦੱਸਣ ਵਾਲੀ ਤਾਂ ਹੈ ਨਹੀਂ ਸੰਤ ਜੀ, ਇਹ ਤਾਂ ਮਹਿਸੂਸ ਕਰਨ ਵਾਲੀ ਹੈ। ਕਹਿੰਦੇ ਫਿਰ ਜੇ ਮਹਿਸੂਸ ਕਰਨ ਵਾਲੀ ਚੀਜ਼ ਹੈ ਤਾਂ ਇਹ ਸਿੱਧ ਹੋਇਆ ਕਿ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਨੇ ਜਿਹੜੀਆਂ ਅਸੀਂ ਮਹਿਸੂਸ ਕਰਦੇ ਹਾਂ, ਦੇਖ ਨਹੀਂ ਸਕਦੇ। ਦੇਖ ਤੈਨੂੰ ਕ੍ਰੋਧ ਆਇਆ ਤਾਂ ਹੀ ਤੂੰ ਮੇਰੇ ਆ ਕੇ ਥੱਪੜ ਮਾਰਿਆ। ਕਹਿੰਦਾ ਹਾਂ। ਕਹਿੰਦੇ ਉਹ ਕ੍ਰੋਧ ਦਾ ਸਰੂਪ ਦੱਸ ਸਕਦਾ? ਉਹਦਾ ਅਸਰ ਤਾਂ ਦੱਸਿਆ ਜਾ ਸਕਦਾ, ਅਸੀਂ ਵੀ ਦੱਸ ਸਕਦੇ ਹਾਂ, ਤੂੰ ਵੀ ਦੱਸ ਸਕਦਾ ਬਈ ਮੈਨੂੰ ਇੰਨਾ ਕ੍ਰੋਧ ਆਇਆ ਕਿ ਮੈਂ ਸੋਚ ਨਾ ਸਕਿਆ ਵੀ ਮੈਂ ਕੀ ਕਰਦਾ। ਤੇ ਦੂਸਰਾ, ਮੈਂ ਉਹ ਕੰਮ ਕਰ ਦਿੱਤਾ ਜਿਹਦੇ ਤੇ ਮੈਨੂੰ ਪਛਤਾਉਣਾ ਪਵੇ। ਮੇਰਾ ਸਰੀਰ ਸਾਰਾ ਕੰਬਣ ਲੱਗ ਗਿਆ, ਵਾਇਲ ਕਰਨ ਲੱਗ ਗਿਆ, ਮੇਰਾ ਸਾਹ ਚੜ ਗਿਆ, ਮੇਰੀ ਨਬਜ਼ ਬਹੁਤ ਤੇਜ਼ ਹੋ ਗਈ। ਦੇਖਣ ਵਾਲਾ ਕਹਿੰਦਾ ਇੱਥੇ ਹੀ ਨਹੀਂ, ਤੇਰਾ ਚਿਹਰਾ ਵੀ ਬਹੁਤ ਡਰਾਉਣਾ ਹੋ ਗਿਆ, ਅੱਖਾਂ ਤੇਰੀਆਂ ਬਹੁਤ ਭਿਆਨਕ ਹੋ ਗਈਆਂ, ਮੱਥਾ ਤੇਰਾ ਘੁੱਟਿਆ ਗਿਆ, ਤੇਰੇ ਜਿਹੜੇ ਇੰਦਰੇ ਸੀ ਬਾਕੀ ਸੀ ਉਹ ਸੁਕੜ ਗਿਆ, ਤੇ ਉਸ ਵੇਲੇ ਤੂੰ ਕੰਬ ਰਿਹਾ ਸੀ। ਕਹਿਣ ਲੱਗੇ ਅਸਰ ਤਾਂ ਦੱਸਿਆ ਜਾ ਸਕਦਾ ਹੈ, ਲੇਕਿਨ ਇਹ ਨਹੀਂ ਦੱਸਿਆ ਜਾ ਸਕਦਾ ਕ੍ਰੋਧ ਕੀ ਹੈ। ਇਸੇ ਤਰ੍ਹਾਂ ਨਾਲ ਸਾਇੰਟੀਫਿਕ ਚੀਜ਼ਾਂ ਜਿਹੜੀਆਂ ਪਰਿਪੂਰਨ ਨੇ, ਕਾਸਮਿਕ ਰੇਜ਼ ਨੇ, ਸਾਰੇ ਨੇ, ਪਰ ਸਾਨੂੰ ਤਾਂ ਇਹਨਾਂ ਦਾ ਪਤਾ ਨਹੀਂ ਲੱਗਦਾ। ਗਾਮਾ ਰੇਜ਼ ਨੇ, ਸਾਨੂੰ ਕੋਈ ਪਤਾ ਨਹੀਂ ਲੱਗਦਾ। ਸਧਾਰਨ ਅੱਖ ਦੇ ਨਾਲ, ਯੰਤਰਾਂ ਨਾਲ ਸਾਨੂੰ ਪਤਾ ਲੱਗਦਾ। ਇਸੇ ਤਰ੍ਹਾਂ ਟੈਲੀਵਿਜ਼ਨ ਹੈ, ਰੇਡੀਓ ਹੈ, ਇਹਨਾਂ ਦੀਆਂ ਤਰੰਗਾਂ ਅਸਮਾਨ 'ਚ ਉੱਡਦੀਆਂ ਫਿਰਦੀਆਂ। ਅੱਖਾਂ ਨਾਲ ਤਾਂ ਦੇਖ ਨਹੀਂ ਸਕਦੇ ਅਸੀਂ, ਲੇਕਿਨ ਹੈਗੀਆਂ। ਪ੍ਰਕਿਰਤੀ ਦੀਆਂ ਚੀਜ਼ਾਂ ਨੂੰ ਤਾਂ ਅਸੀਂ ਮੰਨਦੇ ਹਾਂ, ਪਰ ਪਰਮੇਸ਼ਰ ਵਾਲੀਆਂ ਜਿਹੜੀਆਂ ਪਰਮੇਸ਼ਰ ਹੈ ਉਸ ਨੂੰ ਅਸੀਂ ਨਹੀਂ ਮੰਨਦੇ। ਉਹਦਾ ਕਾਰਨ ਇਹ ਹੈ ਕਿ ਉਹ ਪ੍ਰਕਿਰਤਿਕ ਜੰਤਰ ਦੇ ਨਾਲ ਦਿਖਾਇਆ ਨਹੀਂ ਜਾ ਸਕਦਾ। ਉਹਦਾ ਜੋ ਜੰਤਰ ਹੈ ਉਹ ਆਦਮੀ ਦੇ ਅੰਦਰ ਲਾਇਆ ਹੈ ਪਰਮੇਸ਼ਰ ਨੇ। ਜਦ ਤੱਕ ਉਹਦੀ ਵਰਤੋਂ ਨਾ ਕੀਤੀ ਜਾਵੇ ਉਨੀ ਦੇਰ ਤੱਕ ਉਹ ਦਿਖਾਇਆ ਨਹੀਂ ਜਾ ਸਕਦਾ, ਦੱਸਿਆ ਨਹੀਂ ਜਾ ਸਕਦਾ, ਉਹ ਅਨੁਭਵ ਕੀਤਾ ਜਾ ਸਕਦਾ। ਸੋ ਇਸ ਤਰ੍ਹਾਂ ਦੇ ਨਾਲ ਜੋ ਪਰਮੇਸ਼ਰ ਹੈ, ਪਹਿਲਾਂ ਇਹ ਨਿਹਚਾ ਹੋਵੇ ਕਿ ਮੈਂ ਜਿਸ ਵਾਹਿਗੁਰੂ ਨੂੰ ਮੰਨਦਾ ਤੇ ਉਹਦੀ ਸ਼ਕਲ ਭਾਵੇਂ ਨਹੀਂ ਹੈ, ਲੇਕਿਨ ਉਹ ਸਾਰੇ ਪਰਿਪੂਰਨ ਹੈ। ਜਿਹੜੇ ਸੰਤਾਂ ਨੇ ਦੇਖਿਆ ਉਹ ਕਹਿੰਦੇ ਜੈ ਜੈ ਦੇਖੋ ਤੈ ਹਜ਼ੂਰ ਦੂਰ ਕਤੇ ਨਾ ਜਾਈ, ਰੱਬ ਰਿਹਾ ਸਰਵਤਰ ਮੈਂ ਮਨ ਤਿਸੇ ਧਿਆਈ। ਇਹ ਤੋਤ ਨਹੀਂ ਵਿਛੜੈ ਸੋ ਸੰਗੀ ਗਨੀਐ, ਬਿਨਸ ਜਾਏ ਜੋ ਨਿਮਕ ਮੈਂ ਸੋ ਅਲਪ ਸੁਖ ਪਨੀਐ। ਵਰਤਪਾਲਾ ਪਿਆਉ ਦੇ ਕਛੂ ਨਾ ਹੋਈ, ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋ। ਸੋ ਉਹ ਵਾਹਿਗੁਰੂ ਸਾਰੇ ਪਰਿਪੂਰਨ ਹੈ, ਜ਼ਿਮੀ ਜ਼ਮਾਨ ਕੇ ਵਿਖੇ ਸਮਸਤ ਏਕ ਜੋਤ ਹੈ, ਕੌਨਸ਼ੀਅਸਨੈਸ ਦੀ, ਜਾਗਰਤ ਦੀ।
ਤੇ ਜੋਤ ਕੈਸੀ ਹੈ, ਨਾ ਘਾਟ ਹੈ ਨਾ ਬਾੜ ਹੈ, ਨਾ ਬਾੜ ਘਾਟ ਹੋਤ ਹੈ, ਨਾ ਘਟਦੀ ਹੈ ਨਾ ਵੱਧਦੀ ਹੈ, ਸਦਾ ਹੀ ਉਹ ਜੋਤੀ ਆਪਣੇ ਸਰੂਪ 'ਚ ਸਥਿਤ ਹੈ। ਫਿਰ ਉਹ ਜੋਤੀ ਐਬਸਟਰੈਕਟ ਨਹੀਂ ਹੈ, ਉਹਦੇ ਵਿੱਚ ਪਿਆਰ ਹੈ, ਸੱਤ ਹੈ, ਚਿੱਤ ਹੈ, ਆਨੰਦ ਹੈ, ਪਿਆਰ ਹੈ। ਤੇ ਉਹਦੇ ਵਿੱਚ ਹੁਕਮ ਹੈ, ਸਾਰੀਆਂ ਸ਼ਕਤੀਆਂ ਨੇ, ਅਲੱਗ ਥਲੱਗ ਨਹੀਂ, ਵਿੱਚ ਵੀ ਰਹਿੰਦਾ ਹੈ ਤੇ ਬਾਹਰ ਵੀ ਰਹਿੰਦਾ, ਨਿਰਲੇਪ ਵੀ ਹੈ। ਆਪਣੀ ਮਾਇਆ ਦੇ ਪਸਾਰੇ ਵਿੱਚ ਵੀ ਆਪ ਰਹਿੰਦਾ ਸਾਰੇ, ਕੋਈ ਥਾਂ ਐਸਾ ਨਹੀਂ ਜਿੱਥੇ ਅਸੀਂ ਕਹੀਏ ਵਾਹਿਗੁਰੂ ਨਹੀਂ। ਸੋ ਇਸ ਕਰਕੇ ਪਹਿਲਾ ਤਾਂ ਇਹ ਹੁੰਦਾ ਹੈ ਕਿ ਜੇ ਇਸ ਗੱਲ ਨੂੰ ਸਮਝਣ ਦਾ ਯਤਨ ਕਰਨਾ ਹੈ, ਜੇ ਸੱਚਮੁੱਚ ਤੇਰੇ ਅੰਦਰ ਜਿਗਿਆਸਾ ਹੈ ਕਿ ਕਿਨ ਵਿਧ ਮਿਲੇ ਗੁਸਾਈ ਮੇਰੇ ਰਾਮ ਰਾਏ, ਫਿਰ ਪਹਿਲਾਂ ਇਹ ਗੱਲ ਹੈ ਕਿ ਨਿਹਚਾ ਲਿਆ। ਨਿਹਚੇ ਵੀ ਕਈ ਤਰ੍ਹਾਂ ਦੇ ਨੇ। ਇੱਕ ਇਹਨਾਂ ਨੂੰ ਤਾਂ ਨਿਰਗੁਣ ਬ੍ਰਹਮ ਉੱਪਰ ਨਿਹਚਾ ਹੈ, ਇੱਕ ਉਹ ਨੇ ਜਿਹੜੇ ਰੱਬ ਨੂੰ ਸਾਕਾਰ ਸਮਝਦੇ ਨੇ। ਤੇ ਕਈਆਂ ਦਾ ਇਹ ਖਿਆਲ ਹੈ ਆਪਣਾ, ਜਦੋਂ ਜਗਿਆਸੂ ਮੋਟੀ ਬੁੱਧੀ ਦੇ ਸੀ ਉਸ ਵੇਲੇ ਉਹਨਾਂ ਨੂੰ ਸਮਝਾਉਣ ਵਾਸਤੇ ਬਹੁਤ ਸਾਰੇ ਮਹਾਂਪੁਰਸ਼ਾਂ ਨੇ ਕਿਹਾ ਕਿ ਖੁਦਾਵੰਦ ਤਾਲਾ ਸਤਵੇਂ ਅਸਮਾਨ 'ਤੇ ਰਹਿੰਦਾ। ਕਿਸੇ ਨੇ ਕਿਹਾ ਕਿ ਉਹ ਬੈਕੁੰਠ ਧਾਮ ਦੇ ਵਿੱਚ ਵਿਸ਼ਨੂੰ ਜੀ ਦੇ ਸਰੂਪ 'ਚ ਰਹਿੰਦਾ। ਸੋ ਕਿਸੇ ਨੇ ਆਪਣੇ ਮਹਾਂਪੁਰਸ਼ ਨੂੰ ਕਿਹਾ ਕਿ ਉਹ ਮੇਰਾ ਜਿਹੜਾ ਮਹਾਂਪੁਰਸ਼ ਸੀ ਉਹੀ ਪਰਮੇਸ਼ਰ ਦਾ ਰੂਪ ਬਣ ਕੇ ਆਇਆ ਸੀ। ਮਹਾਤਮਾ ਬੁੱਧ ਨੇ ਇਹ ਗੱਲ ਕਹੀ ਨਿਰਗੁਣ ਬਾਰੇ, ਉਹ ਚੁੱਪ ਰਹੇ। ਲੇਕਿਨ ਉਹਨਾਂ ਨੇ ਇਹ ਗੱਲ ਕਹਿਤੀ ਕਿ ਇਹ ਜਿਹੜਾ ਜੀਵ ਹੈ, ਰੂਹ ਹੈ ਇਹਦੇ ਅੰਦਰ, ਇਹ ਜਦੋਂ ਪ੍ਰਕਿਰਤੀ ਨੂੰ ਕੱਟਦੀ ਹੈ, ਇਹਦੇ ਬੰਧਨ ਕੱਟਦੀ ਹੈ, ਉਸ ਵੇਲੇ ਆਜ਼ਾਦ ਹੋ ਕੇ ਸਦਾ ਵਾਸਤੇ ਅਮਰ ਹੋ ਕੇ ਪਰਮ ਪਦ ਨੂੰ ਪ੍ਰਾਪਤ ਹੋ ਜਾਂਦੀ ਹੈ ਤੇ ਸਦਾ ਰਹਿੰਦੀ ਹੈ। ਸੋ ਉਹਨਾਂ ਦੇ ਮੰਨਣ ਵਾਲਿਆਂ ਨੇ ਉਸ ਨੂੰ ਪਰਮੇਸ਼ਰ ਸਰੂਪ ਕਰਕੇ ਮੰਨ ਲਿਆ। ਲੇਕਿਨ ਗਲਤੀ ਇਹ ਹੁੰਦੀ ਹੈ, ਜਿਨ੍ਹਾਂ ਨੇ ਕ੍ਰਿਸ਼ਨ ਮਹਾਰਾਜ ਨੂੰ ਰੱਬ ਮੰਨਿਆ ਹੈ ਉਹਨਾਂ ਨੇ ਵੀ ਗਲਤੀ ਕੀਤੀ ਹੈ। ਗਲਤੀ ਇਹ ਕੀਤੀ ਹੈ ਕਿ ਉਹ ਸਰੀਰ ਨੂੰ ਰੱਬ ਮੰਨਦੇ ਨੇ। ਇਸ ਗਲਤੀ ਤੋਂ ਰੋਕਣ ਵਾਸਤੇ ਗੁਰੂ ਦਸ਼ਮੇਸ਼ ਪਿਤਾ ਨੇ ਪਹਿਲਾਂ ਹੀ ਕਹਿਤਾ, ਜੋ ਮੋਹ ਕੋ ਪਰਮੇਸ਼ਰ ਉਚਰ ਹੈ ਤੇ ਸਭ ਨਰਕ ਕੁੰਡ ਮੈਂ ਪਰ। ਜਿਹੜੇ ਮੈਨੂੰ ਪਰਮੇਸ਼ਰ ਕਹਿਣਗੇ ਉਹ ਨਰਕਾਂ ਜਾਣਗੇ, ਕਿਉਂਕਿ ਤੁਸੀਂ ਮੈਨੂੰ ਜਾਣਦੇ ਨਹੀਂ ਮੈਂ ਕੌਣ ਹਾਂ। ਤੁਹਾਡਾ ਤੇ ਮੇਰਾ ਜੋ ਸੰਬੰਧ ਜੁੜਿਆ ਉਹ ਆ ਸਰੀਰ ਕਰਕੇ ਜੁੜਿਆ, ਮੈਂ ਸਰੀਰ ਨਹੀਂ ਹਾਂ। ਇਹ ਸਰੀਰ ਮੇਰਾ ਵਹੀਕਲ ਹੈ। ਸੋ ਇਸ ਤਰ੍ਹਾਂ ਦੇ ਨਾਲ ਬਹੁਤ ਸਾਰੇ ਧਰਮਾਂ 'ਚ ਇਹ ਖਿਆਲ ਹੋ ਗਿਆ ਕਿ ਪਰਮੇਸ਼ਰ ਸੱਤਵੇਂ ਅਸਮਾਨ 'ਚ ਰਹਿੰਦਾ ਤੇ ਆਹ ਉਹਦਾ ਰੂਪ ਹੈ, ਇਹੋ ਜਿਹਾ ਹੈਗਾ। ਉਹ ਭਾਵਨਾ ਦਾ ਹੈ ਉਹਨਾਂ ਦਾ। ਲੇਕਿਨ ਜੋ ਨਿਰਾਕਾਰ ਸ਼ਬਦ ਬ੍ਰਹਮ ਹੈ ਉਹ ਆਦਮੀ ਦੇ ਅੰਦਰ ਹਰ ਵਕਤ ਵਿਆਪਕ ਹੈ, ਕਿਤੇ ਸੱਤਵੇਂ ਅਸਮਾਨ 'ਚ ਨਹੀਂ ਰਹਿੰਦਾ। ਉਹ ਆਪਣੀ ਸਾਰੀ ਸ੍ਰਿਸ਼ਟੀ ਦੇ ਅੰਦਰ ਆਪ ਵਸਦਾ, ਵਿੱਚ ਰਹਿੰਦਾ, ਛੱਡ ਕੇ ਨਹੀਂ ਜਾਂਦਾ। ਵੇਖਤ ਸੁਨਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਰੇ। ਕਹਿਣ ਲੱਗੇ ਨਾਲ ਰਹਿੰਦਾ। ਸੋ ਇਸ ਕਰਕੇ ਜਦੋਂ ਤੱਕ ਇਹ ਨੇਜਾ ਨਹੀਂ ਆਉਂਦਾ ਆਦਮੀ ਦੇ ਅੰਦਰ, ਉਨੀ ਦੇਰ ਤੱਕ ਗੱਲ ਗਾਹਾਂ ਨਹੀਂ ਚੱਲਦੀ। ਪਹਿਲਾਂ ਲੋਚਾ ਹੋਣੀ ਚਾਹੀਦੀ ਹੈ, ਤੀਬਰ ਤੜਫ ਹੋਣੀ ਚਾਹੀਦੀ ਹੈ। ਜਿਸ ਤਰ੍ਹਾਂ ਇਹਦੀ ਤੜਫ ਹੈ ਪੈਸਾ ਕਮਾਉਣ ਦੀ, ਦਿਨ ਰਾਤ ਲੱਗਿਆ ਰਹਿੰਦਾ ਹੈ, ਕੋਈ ਮੌਕਾ ਨਹੀਂ ਜਾਣ ਦਿੰਦਾ ਜਿੱਥੇ ਪੈਸਾ ਕਮਾਇਆ ਜਾ ਸਕਦਾ ਹੋਵੇ ਤੇ ਉਹਨੂੰ ਛੱਡ ਦੇ, ਕਿਉਂਕਿ ਉਹਦੀ ਰੁਚੀ ਬਣ ਗਈ, ਐਟੀਟਿਊਡ ਆਫ ਮਾਈਂਡ ਬਣ ਗਿਆ। ਕਿਸੇ ਦੀ ਰੁਚੀ ਹੈ ਕਿ ਤਮਾਸ਼ੇ ਦੇਖਣੇ ਆ, ਖੇਲਾਂ ਦੇਖਣੀਆਂ, ਕਿੰਨੀ ਬਰਫ਼ ਪੈਂਦੀ ਹੋਵੇ, ਕਿੰਨੀਆਂ ਤਕਲੀਫਾਂ ਹੋਣ, ਉਹਨੇ ਉੱਥੇ ਪਹੁੰਚੇ ਜਾਣਾ, ਕਿਉਂਕਿ ਉਹਦੀ ਰੁਚੀ ਉਸ ਪਾਸੇ ਹੈ। ਕਿਸੇ ਦੀ ਰੁਚੀ ਭੋਗਾਂ 'ਚ ਹੈ ਤੇ ਉਹਨਾਂ ਭੋਗਾਂ ਨੂੰ ਭੋਗਣ ਵਾਸਤੇ ਉਸਨੇ ਵੱਡੀਆਂ ਤੋਂ ਵੱਡੀਆਂ ਕੁਰਬਾਨੀਆਂ ਕਰ ਦੇਣੀਆਂ, ਭਾਵੇਂ ਸਰੀਰ ਜਾਂਦਾ ਰਹੇ ਤੇ ਉਹਦੇ ਨਾਲ। ਲੇਕਿਨ ਉਸ ਭੋਗ ਦੇ ਵਿੱਚ ਉਸਨੇ ਜ਼ਰੂਰ ਪ੍ਰਵਰਤ ਹੋਣਾ, ਇਹ ਗੱਲ ਜਾਣਦੇ ਹੋਏ ਕਿ ਇਹ ਚੀਜ਼ ਮਾੜੀ ਹੈ। ਸ਼ਰਾਬ ਪੀਣ ਵਾਲਾ ਬੰਦਾ ਹੈ, ਸਾਰਿਆਂ ਨੂੰ ਪਤਾ ਹੈ ਕਿ ਅਲਕੋਹਲ ਪਰਮੇਸ਼ਰ ਨੇ ਹਰੇਕ ਸਰੀਰ ਦੇ ਅੰਦਰ ਓਨਾ ਪਾਇਆ ਹੋਇਆ ਜਿੰਨਾ ਸਾਡੇ ਖਾਣੇ ਨੂੰ ਹਜ਼ਮ ਕਰਨ ਵਾਸਤੇ ਲੋੜੀਦਾ। ਤੇ ਮੈਡੀਕਲ ਸਾਇੰਸ ਵਾਲੇ ਕਹਿੰਦੇ ਨੇ ਜਦੋਂ ਖਾਣਾ ਅੰਦਰ ਜਾਂਦਾ ਹੈ ਉਸ ਵੇਲੇ ਤਕਰੀਬਨ 20-25 ਕਿਸਮ ਦੀ ਸਪਰੇਅ ਮਿਹਦੇ ਵਿੱਚ ਆਟੋਮੈਟਿਕ ਹੁੰਦੀ ਹੈ। ਉਹ ਖਾਧੀ ਹੋਈ ਚੀਜ਼ ਨੂੰ ਗਾਲ ਦਿੰਦੀ ਹੈ
ਤੇ ਉਹ ਜਿਹੜਾ ਸਪਰੇਅ ਹੋਈ ਹੈ ਉਨੀ ਉਹ ਚੀਜ਼ ਉਹਦੇ ਵਿੱਚੋਂ ਦੁਬਾਰਾ ਬਣ ਕੇ ਫਿਰ ਆਪਣਾ ਸੰਤੁਲਨ ਕਾਇਮ ਰੱਖਦੀ ਹੈ। ਤੇ ਜੇ ਅਸੀਂ ਉਸੇ ਚੀਜ਼ ਦੇ ਅੰਦਰ ਵੱਧ ਪਾਈਏ ਅਲਕੋਹਲ, ਨਤੀਜਾ ਕੀ ਹੋਏਗਾ? ਸਰੀਰ ਦੇ ਉੱਤੇ ਅਸਰ ਹੋਣਾ ਸ਼ੁਰੂ ਹੋ ਜਾਏਗਾ, ਸੈੱਲਾਂ ਦੇ ਉੱਤੇ ਚਲੀ ਜਾਏਗੀ, ਸੈੱਲ ਮਰਨੇ ਸ਼ੁਰੂ ਹੋ ਜਾਣਗੇ, ਬੁਢਾਪੇ 'ਤੇ ਜਾ ਕੇ ਕੰਬੇਗਾ, ਬ੍ਰੇਨ ਦੇ ਸੈੱਲ ਕਮਜ਼ੋਰ ਕਰ ਲਏਗਾ, ਬੇਅੰਤ ਕਿਸਮ ਦੀਆਂ ਬਿਮਾਰੀਆਂ ਆਪੇ ਹੀ ਸੱਦਾ ਦੇ ਦੇਗਾ। ਇਹ ਸਭ ਕੁਝ ਜਾਣਦਾ ਹੋਇਆ ਵੀ ਸ਼ਰਾਬ ਦੇ ਠੇਕੇ ਦੇ ਉੱਤੇ ਇੰਡੀਆ ਦੇ ਵਿੱਚ ਲਿਖਿਆ ਹੋਇਆ ਕਿ ਸਿਹਤ ਨੂੰ ਹਾਨੀਕਾਰਕ ਹੈ। ਇਹਨੂੰ ਪੜ੍ਹਦੇ ਨੇ ਲੇਕਿਨ ਫਿਰ ਨਹੀਂ ਹਟਦਾ, ਕਿਉਂਕਿ ਰੁਚੀ ਪ੍ਰਬਲ ਹੈ ਉਸਦੀ। ਸੋ ਮੈਂ ਰੁਚੀ ਦੀ ਬਾਤ ਕਰ ਰਿਹਾ। ਸੋ ਜਦ ਤੱਕ ਇਹ ਰੁਚੀ ਆਦਮੀ ਦੇ ਅੰਦਰ ਪਰਮੇਸ਼ਰ ਦੀ ਹੁੰਦੀ ਨਹੀਂ, ਮਹਾਰਾਜ ਦੇ ਅੰਦਰ ਐਸਾ ਹੋ ਜਾਂਦਾ ਹੈ ਕਿ ਕਿਸੇ ਨੂੰ ਕਾਮਨੀ ਦੀ ਰੁਚੀ ਹੈ, ਇਸਤਰੀ ਦੀ ਰੁਚੀ ਹੈ, ਉਹ ਬਦਨਾਮੀ ਵੀ ਸਹੇਗਾ, ਪੈਸੇ ਦਾ ਧਨ ਦਾ ਨਾਸ਼ ਵੀ ਕਰੇਗਾ, ਫਿਰ ਆਪਣੀ ਰੁਚੀ ਪੂਰੀ ਕਰਨ ਵਾਸਤੇ ਫਿਰ ਨਹੀਂ ਹਟਦਾ। ਭਾਵੇਂ ਕਿੰਨੇ ਨਤੀਜੇ ਮਾੜੇ ਨਿਕਲਦੇ ਨੇ, ਜੀਵਨ ਦੇ ਅੰਦਰ ਬੇਅੰਤ ਉਲਝਣਾ ਪੈਦਾ ਹੁੰਦੀਆਂ, ਪਰ ਨਹੀਂ ਹਟਦਾ। ਤੇ ਸਰੀਰ ਖਤਮ ਹੁੰਦਾ ਹੈ। ਕਾਮ ਕ੍ਰੋਧ ਕਾਇਆ ਕੋ ਗਾਲੇ, ਜਿਉਂ ਕੰਚਨ ਸੁਹਾਗਾ ਟਾਲੇ। ਤੇ ਜਿਵੇਂ ਢਾਲਣਾ ਹੋਵੇ ਸੋਨੇ ਨੂੰ ਤੇ ਸੁਹਾਗਾ ਪਾ ਦਿਓ ਜਦੇ ਢਲ ਜਾਂਦਾ, ਇਸੇ ਤਰ੍ਹਾਂ ਦੇ ਨਾਲ ਜੇ ਸਰੀਰ ਗਾਲਣਾ ਹੋਵੇ, ਦੋ ਤੱਤ ਐਸੇ ਨੇ ਇਹਦੇ ਅੰਦਰ, ਇੱਕ ਕਾਮ ਤੇ ਇੱਕ ਕ੍ਰੋਧ। ਇਹ ਕਾਇਆ ਨੂੰ ਗਾਲ ਦਿੰਦੇ ਨੇ। ਖਸਮ ਬਸਾਰ ਕੀਏ ਰਸ ਭੋਗ, ਤਾਂ ਤਾਂ ਉੱਠ ਖਲੋਏ ਰੋਗ। ਰੋਗੀ ਹੋ ਜਾਏਗਾ, ਐਨਰਜੀ ਵੇਸਟ ਕਰਦਾ ਹੈ ਆਪਣੀ। ਸੋ ਇਸ ਤਰ੍ਹਾਂ ਦੇ ਨਾਲ ਉਹਦੀ ਰੁਚੀ ਇੱਧਰ ਪ੍ਰਬਲ ਹੈ। ਸੋ ਇਸ ਤੋਂ ਕਿਤੇ ਵੱਧ ਰੁਚੀ ਆਦਮੀ ਦੀ ਜੇ ਪਰਮੇਸ਼ਰ ਨੂੰ ਮਿਲਣ ਵਾਸਤੇ ਹੋਵੇ ਤਾਂ ਫਿਰ ਅਗਲੀ ਗੱਲ ਕੀਤੀ ਜਾਂਦੀ ਹੈ। ਫਿਰ ਉਹਦੇ ਸਮਝ 'ਚ ਆ ਜਾਂਦਾ ਹੈ, ਕਿਉਂਕਿ ਉਹ ਪੂਰਾ ਜਗਿਆਸੂ ਹੈ। ਜਗਿਆਸੂਆਂ 'ਚ ਫਰਕ ਹੁੰਦਾ। ਸੰਗਤ ਦੇ ਅੰਦਰ ਬੇਅੰਤ ਕਿਸਮ ਦੇ ਪ੍ਰੇਮੀ ਆਉਂਦੇ ਨੇ। ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ, ਸੰਗਤ ਵਿੱਚ ਸਾਰੇ ਆਉਂਦੇ ਨੇ, ਇੱਕ ਤਾਂ ਐਸੇ ਆਉਂਦੇ ਨੇ ਜਿਹੜੇ ਸੁਣਦੀ ਸਾਰ ਜੀਵਨ ਦਾ ਢਾਂਚਾ ਕਾਂਟਾ ਬਦਲ ਲੈਂਦੇ ਨੇ, ਵਿਕਾਰਾਂ ਨੂੰ ਛੱਡ ਦਿੰਦੇ ਨੇ ਤੇ ਸਤ ਮਾਰਗ 'ਤੇ ਪੈ ਜਾਂਦੇ ਨੇ। ਇੱਕ ਐਸੇ ਆਉਂਦੇ ਨੇ ਜਿਹੜੇ ਸੁਣਦੇ ਨੇ, ਝੂਮਦੇ ਵੀ ਨੇ, ਸ਼ਬਦ ਦਾ ਰਸ ਵੀ ਮਾਣਦੇ ਨੇ, ਲੇਕਿਨ ਜਦੋਂ ਇੱਥੋਂ ਉੱਠਦੇ ਨੇ ਤੇ ਥੋੜ੍ਹੀ ਦੇਰ ਤੇ ਬਾਅਦ 5-4 ਦਿਨ ਲੰਘ ਜਾਂਦੇ ਨੇ, ਉਹ ਜਿਹੜੇ ਨੇਚੇ ਬਣਾਏ ਨੇ, ਖਿਆਲ ਬਣਾਏ ਨੇ, ਉਹ ਸਾਰੇ ਹੀ ਉਹਨਾਂ ਦੇ ਵਾਸ਼ ਹੋ ਜਾਂਦੇ ਨੇ। ਜਿਹੇ ਜਿਹੇ ਪਹਿਲਾਂ ਸੀ ਉਸੇ ਤਰ੍ਹਾਂ ਹੋ ਜਾਂਦੇ ਨੇ। ਕਹਿੰਦੇ ਸੱਚੇ ਪਾਤਸ਼ਾਹ ਕੁਛ ਐਸੇ ਵੀ ਆਉਂਦੇ ਨੇ ਜਿਹੜੇ ਵਿੱਚ ਬੈਠਦੇ ਵੀ ਨੇ, ਸੁਣਦੇ ਵੀ ਨੇ, ਲੇਕਿਨ ਉਹ ਜਿਹੇ ਰਹਿੰਦੇ ਨੇ, ਉਹਨਾਂ 'ਤੇ 1% ਵੀ ਅਸਰ ਨਹੀਂ ਹੋਇਆ ਕਰਦਾ। ਵੀ ਇਹਦਾ ਕਾਰਨ ਕੀ ਹੈ? ਕਿ ਸ਼ਬਦ ਵੱਖਰਾ ਵੱਖਰਾ ਅਸਰ ਕਰਦਾ ਹੈ, ਵੱਖਰੇ ਵੱਖਰੇ ਆਦਮੀ ਦੇ ਉੱਤੇ ਵੱਖਰੀ ਵੱਖਰੀ ਤਾਸੀਰ ਹੈ ਸ਼ਬਦ ਦੀ, ਜਦੋਂ ਕਿ ਸ਼ਬਦ ਸਭ ਨੂੰ ਇੱਕੋ ਹੀ ਕਰਦਾ। ਜੇ ਦਵਾਈ ਹੈ ਸਭ ਬਿਮਾਰਾਂ ਨੂੰ ਜੇ ਦੇਈਏ, ਉਸੇ ਕਿਸਮ ਦੇ ਬਿਮਾਰ ਨੂੰ ਉਹੀ ਅਸਰ ਕਰਦੀ ਹੈ। ਮਹਾਰਾਜ ਕਹਿੰਦੇ ਪ੍ਰੇਮੀਓ, ਇਹਦੇ 'ਚ ਥੋੜ੍ਹੀ ਸਮਝਣ ਵਾਲੀ ਬਾਤ ਹੈ। ਉਹ ਇਹ ਹੈ ਕਿ ਬੰਦੇ ਦੀ ਰੁਚੀ ਦੇ ਮੁਤਾਬਕ ਅਸਰ ਹੋਇਆ ਕਰਦਾ। ਚਲੋ ਤੁਹਾਨੂੰ ਪ੍ਰੈਕਟੀਕਲ ਸਮਝਾਉਂਦੇ ਹਾਂ। 3 ਬਾਟੇ ਪਾਣੀ ਦੇ ਲੈ ਕੇ ਆਓ। 3 ਬਾਟੇ ਪਾਣੀ ਦੇ ਲੈ ਆਏ ਤੇ ਲਿਆ ਕੇ ਉਹ ਮਹਾਰਾਜ ਦੇ ਪੇਸ਼ ਕੀਤੇ। ਮਹਾਰਾਜ ਕਹਿੰਦੇ ਆ ਇੱਕ ਉਂਜਲ ਭਰ ਕੇ ਪਤਾਸਿਆਂ ਦਾ ਪਾ ਲੈ। ਦੂਸਰੇ ਨੂੰ ਕਿਹਾ ਉੱਥੋਂ ਡਲਾ ਚੱਕ ਲਿਆ, ਇਹਦੇ 'ਚ ਪਾ ਦੇ ਪਾਣੀ। ਤੀਸਰੇ ਨੂੰ ਕਿਹਾ ਉਹ ਪੱਥਰ ਚੱਕ ਲਿਆ, ਪਾ ਦੇ, ਰੱਖ ਦਿੱਤੇ। ਵਚਨ ਹੁੰਦੇ ਰਹੇ। ਕਾਫੀ ਸਮੇਂ ਤੋਂ ਬਾਅਦ ਕਹਿਣ ਲੱਗੇ ਪ੍ਰੇਮੀਓ ਬਾਟੇ ਲਿਆਓ। ਪਹਿਲੇ ਨੂੰ ਕਿਹਾ ਕਿ ਤੂੰ ਪਤਾਸ਼ੇ ਕੱਢ। ਕਹਿੰਦਾ ਸੱਚੇ ਪਾਤਸ਼ਾਹ ਪਤਾਸ਼ੇ ਤਾਂ ਨਜ਼ਰ ਨਹੀਂ ਆਉਂਦੇ, ਉਹ ਤਾਂ ਵਿੱਚ ਘੁਲ ਗਏ। ਹੁਣ ਤਾਂ ਪਾਣੀ ਦਾ ਜੇ ਘੁੱਟ ਭਰੀਏ ਪਤਾ ਲੱਗਦਾ ਵੀ ਪਤਾਸ਼ੇ ਵਿੱਚ ਘੁਲ ਗਏ, ਕਿਉਂਕਿ ਪਾਣੀ ਮਿੱਠਾ ਹੋ ਗਿਆ, ਪਾਣੀ ਦਾ ਰੂਪ ਬਣ ਗਿਆ। ਦੂਸਰੇ ਨੂੰ ਕਿਹਾ ਤੂੰ ਡਲਾ ਕੱਢ। ਕਹਿੰਦੇ ਮਹਾਰਾਜ ਡਲਾ ਤਾਂ ਨਹੀਂ ਰਿਹਾ, ਗਾਰਾ ਬਣ ਗਿਆ। ਕਹਿੰਦੇ ਉੱਥੇ ਰੱਖ ਦੇ ਧੁੱਪੇ। ਦੂਸਰੇ ਨੂੰ ਕਿਹਾ ਤੂੰ ਪੱਥਰ ਕੱਢ। ਉਹਨੇ ਜਦੇ ਕੱਢਦਾ। ਕਹਿੰਦੇ ਗਿੱਲਾ ਹੈ। ਕਹਿੰਦੇ ਸੀ ਤਾਂ ਗਿੱਲਾ ਮਹਾਰਾਜ, ਆ ਕੱਢਦੇ ਕੱਢਦੇ ਆ ਗਰਮ ਹਵਾ ਆਈ ਹੈ, ਇਹਦੇ ਨਾਲ ਹੁਣੇ ਸੁੱਕ ਗਿਆ। ਕਾਫੀ ਸਮਾਂ ਫੇਰ ਮਹਾਰਾਜ ਨੇ ਕੋਈ ਵਚਨ ਨਹੀਂ ਕੀਤਾ। ਕਾਫੀ ਦੇਰ ਤੋਂ ਬਾਅਦ ਜਿਹੜਾ ਧੁੱਪੇ ਰੱਖਿਆ ਹੋਇਆ ਸੀ ਬਾਟਾ, ਕਹਿੰਦੇ ਉਹ ਲਿਆਓ ਚੱਕ ਕੇ। ਉਹ ਲਿਆਂਦਾ ਤਾਂ ਕਹਿਣ ਲੱਗੇ ਵੀ ਦੇਖੋ ਗਾਰਾ ਹੈ। ਕਹਿੰਦੇ ਮਹਾਰਾਜ ਅੱਠਰ ਗਿਆ ਤਾਂ ਡਲਾ ਫੇਰ ਬਣ ਗਿਆ।
ਕਹਿੰਦੇ ਪ੍ਰੇਮੀਓ ਐਸੇ ਤਰ੍ਹਾਂ ਦੇ ਨਾਲ ਜਗਿਆਸੂ ਜਿਹੜੇ ਹੁੰਦੇ ਨੇ, ਇੱਕ ਉੱਤਮ ਹੁੰਦੇ ਨੇ, ਇੱਕ ਮੱਧਮ ਹੁੰਦੇ ਨੇ, ਤੇ ਇੱਕ ਵਿਚਾਲੇ ਹੁੰਦੇ ਨੇ, ਹੇਠਲੇ ਹੁੰਦੇ ਨੇ, ਜਿਹਨੂੰ ਕਨਿਸ਼ਟ ਕਹਿੰਦੇ ਨੇ। ਤੇ ਉਹੋ ਜਿਹਾ ਹੀ ਅਸਰ ਹੁੰਦਾ। ਇੱਕ ਤਾਂ ਉਹ ਹੁੰਦੇ ਨੇ ਜਿਨ੍ਹਾਂ ਦੇ ਮਨ ਦੇ ਅੰਦਰ ਕੋਈ ਫਰਕ ਨਹੀਂ ਹੁੰਦਾ, ਆਪਣੀ ਬੁੱਧੀ ਦੇ ਵਿੱਚ ਆਪਣੇ ਜੋ ਉਹਨਾਂ ਦਾ ਬਣ ਗਿਆ ਆਊਟਲੁੱਕ, ਉਹ ਤੋਂ ਇੱਧਰ ਉੱਧਰ ਬਦਲਿਆ ਨਹੀਂ ਕਰਦੇ। ਉਹ ਤਾਂ ਭਾਈ ਹੁੰਦੇ ਨੇ ਪੱਥਰ ਵਰਗੇ। ਕਿੱਡਾ ਹੀ ਮਹਾਂਪੁਰਸ਼, ਕਿੰਨਾ ਹੀ ਸਮਰੱਥ ਪੁਰਸ਼ ਕਿਉਂ ਨਾ ਉਹਨੂੰ ਉਪਦੇਸ਼ ਕਰੇ, ਉਹਨਾਂ ਤੇ ਨਹੀਂ ਹੁੰਦਾ। ਕਹਿੰਦੇ ਮਹਾਰਾਜ ਗੁਰੂ ਦਾ ਵੀ ਨਹੀਂ ਅਸਰ ਹੁੰਦਾ। ਕਹਿੰਦੇ ਨਾ, ਗੁਰੂ ਦਾ ਵੀ ਅਸਰ ਨਹੀਂ ਹੁੰਦਾ। ਕਹਿੰਦੇ ਕਾਰਨ ਇਹ ਹੈ ਕਿ ਉਹਨਾਂ ਦੇ ਅੰਦਰ ਅਭਿਮਾਨ ਹੈ, ਭਰਿਆ ਹੋਇਆ ਅੰਦਰ। ਸੋ ਭਰਿਆ ਹੋਣ ਕਰਕੇ ਉਹਦੇ ਤੇ ਕੋਈ ਅਸਰ ਨਹੀਂ ਹੋਇਆ ਕਰਦਾ। ਇੱਕ ਵਾਰੀ ਗੁਰੂ ਨਾਨਕ ਪਾਤਸ਼ਾਹ ਇੱਕ ਰਾਜੇ ਦੇ ਕੋਲ ਗਏ, ਤੇ ਜਾਂਦੇ ਜਾਂਦੇ ਉਹ ਰਾਜਾ ਉਹਨਾਂ ਦੇ ਪਾਸ ਆਇਆ ਤੇ ਸਤਸੰਗ ਸੁਣਨ ਲੱਗ ਗਿਆ। ਸੁਣਦਾ ਵੀ ਸੀ, ਕੋਈ ਸੁਭਾਅ ਨਹੀਂ ਸੀ ਬਦਲਦਾ, ਵਾਸ਼ਨਾਵਾਂ ਬੇਅੰਤ ਉਹਦੇ ਅੰਦਰ ਗੇੜੇ ਮਾਰਦੀਆਂ ਫਿਰਦੀਆਂ ਸੀ। ਕਹਿਣ ਲੱਗਿਆ ਮਹਾਰਾਜ ਮੇਰਾ ਮਨ ਨਹੀਂ ਟਿਕਦਾ, ਮੇਰੇ ਅੰਦਰ ਕੋਈ ਸ਼ਾਂਤੀ ਨਹੀਂ ਆਉਂਦੀ, ਤੇ ਮਹਾਰਾਜ ਕਿਰਪਾ ਕਰੋ। ਮਹਾਰਾਜ ਕਹਿੰਦੇ ਧਰਮਸ਼ਾਲਾ ਬਣਾਓ ਸਾਡੀ ਮਰਜ਼ੀ ਦੇ ਮੁਤਾਬਕ। ਧਰਮਸ਼ਾਲਾ ਬਣਾਈ ਤੇ ਜਦ ਮਿਸਤਰੀਆਂ ਨੇ ਬਣਾਤੀ, ਕਹਿੰਦੇ ਲੈ ਬਈ ਇੱਥੇ ਬੁਰਜੀਆਂ ਲਾਉਣੀਆਂ ਨੇ, ਇੱਕ ਗਿੱਠ ਤੋਂ ਵੱਧ ਥਾਂ ਨਹੀਂ ਛੱਡਣਾ, ਬੁਰਜੀ ਹੋਵੇ ਹਰੇਕ। ਇਸੇ ਤਰ੍ਹਾਂ ਹੁਕਮ ਦੀ ਤਾਮੀਲ ਹੋ ਗਈ। ਜਦ ਬਣ ਚੁੱਕੀ, ਰਾਜਾ ਕਹਿਣ ਲੱਗਾ ਮਹਾਰਾਜ ਧਰਮਸ਼ਾਲਾ ਤਾਂ ਬਣ ਗਈ, ਚਲੋ। ਕਹਿੰਦੇ ਚਲੋ। ਉੱਥੇ ਚਲੇ ਗਏ ਤੇ ਜਾ ਕੇ ਉਸ ਨੂੰ ਕਹਿਣ ਲੱਗੇ ਵੀ ਰਾਜਨ ਅੰਦਰ ਚਲੋ, ਅਸੀਂ ਆਉਂਦੇ ਹਾਂ। ਰਾਜਾ ਅੰਦਰ ਨਹੀਂ ਵੜਦਾ, ਕਿਉਂਕਿ ਪੈਰ ਰੱਖਣ ਨੂੰ ਥਾਂ ਨਹੀਂ, ਬੁਰਜੀਆਂ ਬਣੀਆਂ ਪਈਆਂ। ਮਹਾਰਾਜ ਕਹਿੰਦੇ ਕੀ ਗੱਲ ਰਾਜਨ ਤੂੰ ਅੰਦਰ ਨਹੀਂ ਜਾਂਦਾ? ਕਹਿੰਦਾ ਮਹਾਰਾਜ ਅੰਦਰ ਬੈਠਣ ਨੂੰ ਥਾਂ ਨਹੀਂ ਹੈ। ਕਹਿੰਦੇ ਕਿਉਂ? ਕਹਿੰਦੇ ਮਹਾਰਾਜ ਆਪ ਨੇ ਬੁਰਜੀਆਂ ਬਣਵਾਤੀਆਂ। ਕਹਿੰਦੇ ਰਾਜਨ ਤੂੰ ਸਾਨੂੰ ਜੋ ਕਹਿਣਾ ਵੀ ਸ਼ਬਦ ਦੋ, ਸ਼ਬਦ ਅੰਦਰ ਨਿਵਾਸ ਨਹੀਂ ਕਰਦਾ, ਤੇਰੇ ਮਨ ਦੇ ਅੰਦਰ ਇੰਨੀਆਂ ਬੁਰਜੀਆਂ ਬਣੀਆਂ ਹੋਈਆਂ, ਦੱਸ ਸ਼ਬਦ ਕਿੱਥੇ ਹੋਏਗਾ? ਇਹਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ। ਇੰਨੇ ਰਸ ਨੇ ਤੇਰੇ ਅੰਦਰ, ਕਾਮਨੀ ਦਾ, ਸੋਨੇ ਦਾ, ਆਪਣੀ ਪਰਵਤਾ ਦਾ, ਹੋਰ ਜਵਾਨੀ ਦਾ, ਤੇ ਆਪਣੇ ਰਾਸ਼ੀ ਸ਼ਕਤੀ ਦਾ, ਅਨੇਕਾਂ ਤੇਰੇ ਅੰਦਰ ਰਸ ਨੇ। ਉਹ ਰਸਾਂ ਦੇ ਹੁੰਦੇ ਹੋਏ ਨਾਮ ਦਾ ਰਸ ਕਿਵੇਂ ਆਏਗਾ? ਨਾਮ ਦਾ ਰਸ ਤਾਂ ਜੇ ਤੂੰ ਜਿਗਿਆਸੂ ਹੋਵੇਂ ਤਾਂ। ਸੋ ਮਹਾਰਾਜ ਕਹਿੰਦੇ ਐਸੇ ਜੋ ਪੁਰਸ਼ ਨੇ ਉਹਨਾਂ ਦੀ ਪੱਥਰ ਬਿਰਤੀ ਹੋਇਆ ਕਰਦੀ ਹੈ। ਕਿੱਡਾ ਹੀ ਵੱਡਾ ਸਤਸੰਗ ਕਿਉਂ ਨਾ ਹੋਵੇ, ਉਹਨਾਂ ਤੇ ਨਹੀਂ ਅਸਰ ਹੋਇਆ ਕਰਦਾ। ਮਹਾਰਾਜ ਉਹਨਾਂ ਤੇ ਅਸਰ ਹੋ ਵੀ ਜਾਂਦਾ। ਕਹਿੰਦੇ ਹਾਂ, ਜੇ ਗੁਰੂ ਚਾਹੇ ਤੇ ਗੁਰੂ ਦਾ ਅਸਰ, ਗੁਰੂ ਕਹਿੰਦੇ ਕਬੀਰ ਸਾਚਾ ਸਤਿਗੁਰ ਕਿਆ ਕਰੇ, ਜਾਂ ਸਿੱਖਾਂ ਮੈਂ ਚੂਕ ਅੰਧੇ ਏਕ ਨਾ ਲੱਗ ਗਈ, ਜਿਉਂ ਬਾਂਸ ਵਜਾਈਐ ਫੂਕ। ਜਿਵੇਂ ਬਾਂਸ ਦੇ ਅੰਦਰ ਹਵਾ ਮਾਰੋ ਤੇ ਨਿਕਲ ਜਾਂਦੀ ਹੈ, ਰਹਿੰਦੀ ਨਹੀਂ। ਬੰਸਰੀ 'ਚ ਮਾਰੋ ਆਵਾਜ਼ ਕੱਢਦੀ ਹੈ। ਕਹਿੰਦੇ ਗੁਰੂ ਕੀ ਕਰੇ, ਇਹਦਾ ਤਾਂ ਥੱਲਾ ਹੀ ਨਹੀਂ ਹੈ। ਜਿਹਦੇ ਕੋਲ ਨੇਚਾ ਹੀ ਨਹੀਂ ਹੈ, ਉੱਥੇ ਗੁਰੂ ਕੀ ਕਰੇਗਾ? ਕਹਿੰਦੇ ਮਹਾਰਾਜ ਉਹਦਾ ਕਿਵੇਂ ਆਧਾਰ ਹੋਵੇ? ਕਹਿੰਦੇ ਫਿਰ ਅਸੀਂ ਉਹਨੂੰ ਖਿੱਚਣ ਵਾਸਤੇ ਦੁੱਖ ਦਾ ਦਾਰੂ ਦਿੰਦੇ, ਦੁੱਖ ਪਾਉਂਦੇ ਆ ਉਹਦੇ ਉੱਤੇ। ਜਦ ਦੁੱਖ ਪੈਂਦਾ ਉਸ ਵੇਲੇ ਫਿਰ ਉਹ ਢਲਦਾ, ਫਿਰ ਉਹਦੇ ਅੰਦਰ ਜਿਗਿਆਸਾ ਪੈਦਾ ਹੁੰਦੀ ਹੈ। ਉਹ ਪੱਥਰ ਬਿਰਤੀ ਟੁੱਟਦੀ ਹੈ, ਦੁੱਖ ਦੇ ਨਾਲ ਟੁੱਟਦੀ ਹੈ। ਦੁੱਖ ਬੁਰਾ ਨਹੀਂ, ਦੁੱਖ ਦਾਰੂ, ਸੁਖ ਰੋਗ ਪਿਆ ਜਾਂ ਸੁਖ ਤਾਮ ਨਾ ਹੋਈ। ਦੁੱਖ ਦਾਰੂ ਬਣ ਜਾਂਦਾ, ਦਾਰੂ ਬਣ ਕੇ ਪਰਮੇਸ਼ਰ ਵੱਲ ਆ ਜਾਇਆ ਕਰਦਾ। ਕਹਿੰਦੇ ਹੋਰ ਉਹਦਾ ਇਲਾਜ ਨਹੀਂ ਹੈ, ਕੇਵਲ ਦੁੱਖ ਹੈ ਉਸ ਦਾ ਇਲਾਜ। ਵੱਡਾ ਐਕਸੀਡੈਂਟ ਹੈ, ਫਿਰ ਮੁੜ ਜਾਇਆ ਕਰ। ਤੇ ਦੂਸਰਾ ਜਿਹੜੇ ਡਲੇ ਦੀ ਬਾਤ ਤੁਸੀਂ ਕਰਦੇ ਹੋ ਭਾਈ ਪ੍ਰੇਮੀਓ, ਉਹ ਪੁਰਸ਼ ਹੁੰਦੇ ਨੇ ਜਿਹੜੇ ਆਉਂਦੇ ਨੇ, ਕੀਰਤਨ ਹੋ ਰਿਹਾ, ਰਾਗੀ ਬਹੁਤ ਵਧੀਆ ਸ਼ਬਦ ਪੜ੍ਹ ਰਹੇ ਨੇ, ਕਥਾਕਾਰ ਬਹੁਤ ਵਧੀਆ ਕਥਾ ਕਰ ਰਿਹਾ, ਸੁਣਦੇ ਨੇ, ਰਸ ਵੀ ਮਾਣਦੇ ਨੇ, ਝੂਮਦੇ ਨੇ, ਅਸਰ ਵੀ ਉਹਨਾਂ ਦਾ ਹੁੰਦਾ। ਤੇ ਜਿਵੇਂ ਗਾਰਾ ਬਣ ਗਿਆ, ਐਂ ਭਿੱਜ ਕੇ ਗਾਰਾ ਤਾਂ ਬਣ ਜਾਂਦੇ ਨੇ। ਪਰ ਜਦੋਂ ਇੱਥੋਂ ਜਾਂਦੇ ਨੇ ਉਸ ਵੇਲੇ ਬਹਿਰੰਗ ਸਤਸੰਗ ਤਾਂ ਉਹਨਾਂ ਨੇ ਕਰ ਲਿਆ, ਅੰਤਰੰਗ ਸਤਸੰਗ ਨਾ ਕਰਨ ਕਰਕੇ ਉਹ ਹੌਲੀ ਹੌਲੀ ਉਹ ਵਾਸ਼ ਹੋ ਜਾਂਦਾ ਉਹਨਾਂ ਦਾ। ਮੁੜ ਕੇ ਉਹੀ ਜੋ ਉਹਦੀ ਸੁਭਾਅ ਹਨ, ਉਹ ਸਾਰੇ ਦੇ ਸਾਰੇ ਸੁਭਾਅ ਜਿਹੜੇ ਦਬੇ ਸੀ ਥੋੜ੍ਹੀ ਦੇਰ ਵਾਸਤੇ, ਮੁੜ ਕੇ ਉਹ ਜਿਵੇਂ ਫੇਰ ਹੋ ਜਾਂਦੇ ਨੇ। ਸੋ ਇਹ ਦੂਸਰੇ ਵੀ ਜਿਹੜੇ ਨੇ, ਇਹ ਵੀ ਕੋਈ ਰਿਲਾਇਬਲ ਨਹੀਂ ਬਹੁਤੇ ਹੁੰਦੇ। ਤੀਸਰੇ ਹੁੰਦੇ ਨੇ ਜਿਹੜੇ ਸੱਚਮੁੱਚ ਇਹ ਕਰਕੇ ਆਉਂਦੇ ਨੇ ਕਿ ਮੇਰਾ ਚਾਹੇ ਕੁਛ ਵੀ ਕੁਰਬਾਨ ਹੋ ਜਾਵੇ ਤੇ ਮੈਨੂੰ ਪਰਮੇਸ਼ਰ ਮਿਲਾ ਦੇਵੇ।
ਤੇ ਉਹਨਾਂ ਦੇ ਵਾਸਤੇ ਹੁਕਮ ਹੁੰਦਾ ਹੈ ਕਿ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਭਾਈ। ਉਹ ਤਨ ਮਨ ਧਨ ਤਿੰਨੇ ਦੇ ਦਿੰਦੇ ਨੇ, ਦੇਣ ਦੇ ਨਾਲ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ। ਸੋ ਇਸ ਤਰ੍ਹਾਂ ਕਰਕੇ ਹਰੇਕ ਦੇ ਉੱਤੇ ਇੱਕੋ ਜਿਹਾ ਅਸਰ ਨਹੀਂ ਹੋਇਆ ਕਰਦਾ। ਸਾਰੇ ਇਸ ਗੱਲ ਨੂੰ ਨਹੀਂ ਸਮਝਦੇ। ਸੋ ਜੇ ਸਮਝਣਾ ਹੈ ਕਿਤ ਵਿਦ ਮਿਲੈ ਗੁਸਾਈ ਮੇਰੇ ਰਾਮ ਰਾਏ, ਕੋਈ ਐਸਾ ਸੰਤ ਸਹਿ ਸੁਖ ਦਾਤਾ ਮੋਏ ਮਾਰਗ ਦੇ ਬਤਾਈ। ਹੈ ਕੋਈ ਸੰਸਾਰ ਦੇ ਅੰਦਰ ਜਿਹੜਾ ਮੈਨੂੰ ਰਸਤਾ ਦੱਸ ਦੇਵੇ, ਮਿਲਾ ਦੇਵੇ? ਸੋ ਜਿੰਨਾ ਹੀ ਦੇਰ ਤੱਕ ਇਹ ਜਿਗਿਆਸਾ ਆਦਮੀ ਦੇ ਅੰਦਰ ਨਹੀਂ ਆਉਂਦੀ, ਪਹਿਲੀ ਇਹ ਚੀਜ਼ ਹੈ ਕਿ ਉਹਦੇ ਅੰਦਰ ਫੇਥ ਆਉਣਾ ਚਾਹੀਦਾ। ਜਾਂ ਕੈ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੈ ਹਰ ਪ੍ਰਭ ਚੀਤ। ਜੇ ਪ੍ਰਤੀਤ ਹੈ ਨਹੀਂ, ਜੋ ਬਿਨ ਪ੍ਰਤੀਤੀ ਕੂੜੀ ਕੂੜੀ ਕਪਟੀ ਕੂੜੀ ਕਪਟੀ ਕਪਟੀ ਅੱਖੀ ਮੀਚ ਦੇ ਤਿਨਕਾ ਉਤਰ ਜਾਏਗਾ ਝੂਠ ਗਵਾਨ। ਅੰਦਰ ਤਾਂ ਹੈ ਨਹੀਂ ਤੇ ਬਾਹਰੋਂ ਬਾਹਰੋਂ ਬਾਤਾਂ ਕਰਦੇ ਨੇ। ਕਹਿੰਦੇ ਉਹ ਜਗਿਆਸੂ ਨਹੀਂ ਹੋਇਆ ਕਰਦਾ, ਜਗਿਆਸੂ ਦੇ ਗੁਣ ਹੋਇਆ ਕਰਦੇ। ਤੇ ਜਦ ਤੱਕ ਉਹ ਗੁਣ ਉਹਦੇ ਵਿੱਚ ਪੈਦਾ ਨਹੀਂ ਹੁੰਦੇ, ਉਨੀ ਦੇਰ ਤੱਕ ਉਹ ਰਸਤੇ ਤੇ ਨਹੀਂ ਚੱਲ ਸਕਿਆ ਕਰਦਾ ਤੇ ਉਹ ਕੀਮਤ ਨਹੀਂ ਦੇ ਸਕਦਾ। ਕਿਉਂਕਿ ਜਿਸ ਚੀਜ਼ ਦਾ ਉਹ ਜ਼ਿਕਰ ਕਰ ਰਿਹਾ ਹੈ ਉਹ ਚੀਜ਼ ਦਾ ਕੋਈ ਮੁੱਲ ਨਹੀਂ ਹੈ, ਬੇਮੁੱਲੀ ਚੀਜ਼ ਹੈ। ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ, ਜਿੰਨਾ ਭਾਗ ਮਥਾਏ ਸੇ ਨਾਨਕ ਹਰ ਰੰਗ ਮਾਣ। ਲੇਕਿਨ ਸੰਤਾਂ ਨੂੰ ਤਰਸ ਆਇਆ, ਕਹਿਣ ਲੱਗੇ ਚੰਗਾ ਤੈਨੂੰ ਅਸੀਂ ਦੱਸ ਪਾ ਦਿੰਦੇ ਹਾਂ ਵੀ ਉਹ ਰਹਿੰਦਾ ਕਿੱਥੇ। ਕਹਿੰਦੇ ਰਹਿੰਦਾ ਤੇਰੇ ਅੰਦਰ ਹੈ। ਕਹਿੰਦੇ ਮਹਾਰਾਜ ਅੰਦਰ ਤਾਂ ਦਿਸਦਾ ਨਹੀਂ, ਅੰਤਰ ਲੱਖ ਨਾ ਜਾਈ ਲਖਿਆ ਵਿੱਚ ਪੜਦਾ ਹਉਮੈ ਪਾਈ। ਕਹਿੰਦੇ ਹੈਗਾ ਤਾਂ ਤੇਰੇ ਅੰਦਰ, ਤੂੰ ਕਿਤੇ ਭਟਕਦਾ ਨਾ ਫਿਰੀ, ਤੀਰਥਾਂ ਤੇ ਜਾਵੇਂ, ਮੰਦਰਾਂ ਮਸਜਿਦਾਂ ਗੁਰਦੁਆਰਿਆਂ ਦੂਰ ਦੂਰ ਤੱਕ ਇਸ ਗੱਲ ਦਾ ਲੈ ਕੇ ਜਾਵੇਂ ਮਨ ਦੇ ਅੰਦਰ ਵਿਚਾਰ ਕਿ ਮੈਨੂੰ ਉੱਥੇ ਰੱਬ ਮਿਲ ਜਾਏਗਾ। ਜੇ ਮੈਂ ਹੇਮਕੁੰਡ ਜਾਊਂ ਉੱਥੇ ਗੁਰੂ 10ਵੇਂ ਪਾਤਸ਼ਾਹ ਦੇ ਦਰਸ਼ਨ ਹੋ ਜਾਣਗੇ। ਜੇ ਮੈਂ ਹਜ਼ੂਰ ਸਾਹਿਬ ਗਿਆ ਉੱਥੇ ਦਰਸ਼ਨ ਹੋ ਜਾਣਗੇ। ਜੇ ਮੈਂ ਮੱਕੇ ਗਿਆ ਉੱਥੇ ਅੱਲਾਹ ਤਾਲਾ ਦੇ ਦਰਸ਼ਨ ਹੋ ਜਾਣਗੇ। ਕਬੀਰ ਸਾਹਿਬ ਫਰਮਾਉਂਦੇ ਨੇ, ਕਬੀਰ ਹੱਜ ਕਾਬੇ ਹੋਂ ਜਾਏ ਥਾ ਆਗੇ ਮਿਲਿਆ ਖੁਦਾਈ। ਸਾਈਂ ਮੁਝਸੇ ਲੜ ਪੜਿਆ ਤੁਝ ਕਿਨ ਫਰਮਾਈ ਗਾਏ। ਕਹਿੰਦੇ ਉਹ ਕਬੀਰ ਤੈਨੂੰ ਕਿਹਨੇ ਦੱਸਦਾ ਮੈਂ ਕਾਬੇ 'ਚ ਰਹਿਣਾ ਜਾਂ ਮੈਂ ਕਿਸੇ ਮੰਦਰ 'ਚ ਰਹਿਣਾ? ਇਹ ਤੈਨੂੰ ਕਿਹਨੇ ਗੱਲ ਦੱਸ ਦਿੱਤੀ? ਭੁੱਲ ਗਿਆ ਮੈਂ ਤਾਂ ਹਰੇਕ ਦੇ ਹਿਰਦੇ 'ਚ ਰਹਿਣਾ, ਮੈਂ ਬਾਹਰ ਨਹੀਂ ਰਹਿੰਦਾ, ਤੇਰੇ ਅੰਦਰ ਰਹਿਣਾ। ਸੋ ਜਦੋਂ ਅੰਦਰ ਰਹਿੰਦਾ ਅਸੀਂ ਕਹਿੰਦੇ ਸਾਨੂੰ ਦਿਸਦਾ ਨਹੀਂ। ਮਹਾਰਾਜ ਕਹਿੰਦੇ ਇਹਦੇ ਵਿੱਚ ਈਗੋ ਦਾ ਪਰਦਾ ਪੈ ਗਿਆ, ਹਉਮੈ ਦਾ ਮੈਂ ਦਾ, ਦੋ ਹੋ ਗਏ ਤੁਸੀਂ। ਇਹ ਕਿਰਨ ਜਿਹੜੀ ਸੀ ਪਰਮੇਸ਼ਰ ਦੀ ਸ਼ਕਤੀ ਜਿਹਨੂੰ ਆਤਮਾ ਕਹਿੰਦੇ ਨੇ, ਉਹ ਜਦੋਂ ਇਹ ਮਿੱਟੀ ਦੇ ਨਾਲ ਮਿਲੀ ਉਸ ਵੇਲੇ ਜੀਵ ਆਤਮਾ ਬਣ ਗਈ। ਫਰਕ ਪੈ ਗਿਆ, ਜੀਵ ਆਤਮਾ ਅੱਡ ਹੋ ਗਈ, ਆਤਮਾ ਆਪਣੇ ਸਰੂਪ ਤੋਂ ਗਿਰ ਗਈ। ਸੋ ਇਸੇ ਤਰ੍ਹਾਂ ਦੇ ਨਾਲ ਬਹੁਤ ਸਾਰੇ ਪਤੰਜਲ ਸ਼ਾਸਤਰ, ਸਾਖ ਸ਼ਾਸਤਰ, ਨਿਆਏ ਸ਼ਾਸਤਰ, ਇਹਨਾਂ ਦਾ ਇਹ ਮਤ ਹੈ ਕਿ ਈਸ਼ਵਰ ਦੀ ਸ਼ਕਤੀ ਦੇ ਨਾਲ ਇੱਕ ਤੱਤ ਹੋਇਆ ਜਿਸ ਨੂੰ ਅਹੰ ਭਾਵ ਕਹਿੰਦੇ ਨੇ। ਪਹਿਲਾ ਤੱਤ ਉਹ ਮਾਇਆ ਦਾ ਹਿੱਸਾ ਸੀ ਤੇ ਉਸ ਤੋਂ ਬਾਅਦ 5 ਚੀਜ਼ਾਂ ਹੋਰ ਹੋਈਆਂ, ਸ਼ਬਦ ਸਪਰਸ਼ ਰੂਪ ਰਸ ਗੰਧ। ਫਿਰ ਜਿਹੜਾ ਮਾਸ ਮੈਟਰ ਹੈ ਐਨਰਜੀ, ਇਹ ਬਣੀ ਤੇ ਐਨਰਜੀ ਨੂੰ ਮਹੀ ਤੱਤ ਕਹਿੰਦੇ ਨੇ। ਐਨਰਜੀ ਤੋਂ ਫਿਰ 5 ਤੱਤ ਬਣੇ, ਮਿੱਟੀ ਬਣੀ, ਪਾਣੀ ਬਣਿਆ, ਅਗਨ ਬਣੀ ਤੇ ਹਵਾ ਬਣੀ ਤੇ ਆਕਾਸ਼ ਬਣੀ। ਸੋ ਬਣਿਆ ਪਹਿਲਾਂ ਆਕਾਸ਼, ਆਕਾਸ਼ ਦੇ ਵਿੱਚੋਂ ਹਵਾ ਦਾ ਵਜੂਦ ਨਿਕਲਿਆ, ਹਵਾ ਦੇ ਵਿੱਚੋਂ ਗੈਸਿਸ ਬਣੀਆਂ, ਗੈਸਿਸ ਤੋਂ ਮਿਲਾਪ ਦੇ ਨਾਲ ਹਾਈਡਰੋਜਨ ਤੇ ਆਕਸੀਜਨ ਰਲ ਕੇ ਪਾਣੀ ਬਣਿਆ, ਪਾਣੀ ਦੇ ਵਿੱਚੋਂ ਫਿਰ ਧਰਤੀ ਬਣੀ। ਸੋ ਇਸ ਤਰ੍ਹਾਂ ਦੇ ਨਾਲ ਫਿਰ 5 ਤੱਤ ਵਜੂਦ ਵਿੱਚ ਆਏ। ਪਹਿਲਾਂ ਹਉਮੈ ਤੱਤ ਬਣਿਆ, ਫਿਰ ਮਾਇਆ ਦਾ ਵਜੂਦ ਬਣਿਆ, 5 ਵਿਸ਼ੇ ਬਣੇ, ਸ਼ਬਦ ਸਪਰਸ਼ ਰੂਪ ਰਸ ਗੰਧ। ਫਿਰ 5 ਤੱਤ ਬਣੇ, 10 11 12 13 ਚੀਜ਼ਾਂ ਬਣ ਗਈਆਂ। ਉਹਦੇ ਬਾਅਦ 5 ਗਿਆਨ ਇੰਦਰੇ, 5 ਕਰਮ ਇੰਦਰੇ, ਇਹ ਬਣ ਗਈਆਂ। ਤੇ 24ਵਾਂ
ਚੀਜ਼ ਮੈਂ ਭਾਵ ਪੈਦਾ ਹੋ ਗਿਆ ਇਹਦੇ ਚ, ਪ੍ਰਕਿਰਤੀ ਚ ਚੇਤਨ ਤੱਤ ਰਲਣ ਕਰਕੇ, ਅਵੇਅਰਨੈਸ ਰਲਣ ਕਰਕੇ ਇਹਦੇ ਚ ਮੈਂ ਬਣ ਗਿਆ, ਤੇ 24 ਚੀਜ਼ਾਂ ਇਹਦੇ ਚ ਇਹ ਰਲ ਗਈਆਂ। 25ਵੀਂ ਜਿਹੜੀ ਅਸਲੀ ਚੀਜ਼ ਆ ਉਹ ਆਤਮਾ ਹੈ, ਉਹ ਅਸਲ ਹੈ, ਬਾਕੀ ਉਹਦਾ ਪਰਛਾਵਾਂ ਹੈ ਸਾਰਾ। ਨਾਨਕ ਤਰਵਰ ਏਕ ਫਲ ਦੋਏ ਪੰਖੇਰੂ ਆਏ, ਆਪਤ ਜਾਤ ਨਾ ਦੀਸਈ ਨਾ ਪਰ ਪੰਖੀ ਤਾਏ। ਆਉਂਦਾ ਜਾਂਦਾ ਦਿਸਦਾ ਨਹੀਂ ਹੈ। ਇੱਕ ਤਾਂ ਇਹਦੇ ਵਿੱਚ ਉਹ ਪੰਖੀ ਹੈ ਜਿਹੜਾ ਫਲ ਖਾਂਦਾ ਤੇ ਭੁਗਤਦਾ, ਇੱਕ ਉਹ ਹੈ ਜਿਹੜਾ ਸੱਚ ਚ ਆਨੰਦ ਦੇ ਵਿੱਚ ਬੈਠਾ ਹੈ। ਅਸਲੀ ਕਿਹੜਾ ਹੈ? ਮਹਾਰਾਜ ਕਹਿੰਦੇ ਅਸਲੀ ਤਾਂ ਉਹ ਹੈ ਜਿਹੜਾ ਸੱਚ ਚਿੱਤ ਆਨੰਦ ਹੈ, ਜਿਹੜਾ ਦੂਸਰਾ ਉਹ ਪਰਛਾਵਾਂ ਹੈ, ਉਸ ਦਾ ਪਰਛਾਵਾਂ ਹਰਕਤ ਕਰ ਰਿਹਾ। ਕਬੀਰ ਸਾਹਿਬ ਨੇ ਵੀ, ਕਬੀਰ ਨਿਰਮਲ ਬੂੰਦ ਆਕਾਸ਼ ਗਈ ਲੀਨੀ ਭੂਮ ਮੁਲਾਏ, ਉਹ ਜਿਹੜੀ ਚੇਤਨ ਜੋਤ ਸੀ ਉਹਦੀ ਧਾਰਾ ਆ ਕੇ ਪ੍ਰਕਿਰਤੀ 'ਚ ਰਲ ਗਈ। ਅਨਕ ਸਿਆਣੇ ਪਚ ਗਏ ਨਾ ਨਿਰਵਾਰੀ ਜਾਏ, ਬੇਅੰਤ ਫਿਲਾਸਫਰ, ਬੇਅੰਤ ਚਿੰਤਕ, ਸਾਧਕ, ਸਾਧਨਾ ਕਰਨ ਵਾਲੇ ਖੱਪ ਗਏ, ਲੇਕਿਨ ਉਹ ਅੱਡ ਨਹੀਂ ਕੀਤੀ ਗਈ, ਪ੍ਰਕਿਰਤੀ ਦੇ ਵਿੱਚੇ ਰਹਿੰਦੀ ਹੈ। ਮੈਂ ਨੂੰ ਕੋਈ ਜਿੱਤ ਨਹੀਂ ਸਕਿਆ, ਤੋੜ ਨਹੀਂ ਸਕਿਆ।